ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਉਹ ਸਾਰੇ ਸਟੂਡੈਂਟਸ ਜਿਹੜੇ ਆਸਟ੍ਰੇਲੀਆ ਵਾਸਤੇ ਅਪਲਾਈ ਕਰਨਾ ਚਾਹੁੰਦੇ ਨੇ, ਉਹਨਾਂ ਦੇ ਮਨ ਦੇ ਵਿੱਚ ਫੰਡਸ ਨੂੰ ਲੈ ਕੇ ਜਾਂ ਇਨਕਮ ਨੂੰ ਲੈ ਕੇ ਜਿਹੜੇ ਵੀ ਸਵਾਲ ਨੇ, ਅੱਜ ਦੇ ਸ਼ੋਅ ਦੇ ਵਿੱਚ ਉਹਨਾਂ ਤੇ ਚਰਚਾ ਕਰਾਂਗੇ, ਉਹਨਾਂ ਦਾ ਜਵਾਬ ਤੁਹਾਡੇ ਤੱਕ ਲੈ ਕੇ ਆਵਾਂਗੇ। ਸਾਡੇ ਨਾਲ ਮੌਜੂਦ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੰਵਲ। ਸਵਾਗਤ ਹੈ ਜੀ। ਥੈਂਕ ਯੂ ਦੀਪਕ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸੋ ਅਮਰਜੀਤ ਜੀ, ਜਦੋਂ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਫੰਡਸ ਤੇ ਇਨਕਮ ਨੂੰ ਲੈ ਕੇ ਕਿਹੜੀਆਂ ਕਨਫਿਊਜ਼ਨਸ ਨੇ ਸਟੂਡੈਂਟਸ ਦੇ ਮਨ ਦੇ ਵਿੱਚ, ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਕਲੈਰਿਟੀ ਦੀ ਜ਼ਰੂਰਤ ਹੈ? ਦੇਖੋ, ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਕਿ ਜਿਹੜਾ ਆਸਟ੍ਰੇਲੀਆ ਦਾ ਪ੍ਰੋਸੈਸ ਆ ਉਹ ਕੈਨੇਡਾ UK ਨਾਲੋਂ ਅਲੱਗ ਹੈ। ਤਿੰਨੋਂ ਕੰਟਰੀਆਂ ਦਾ ਆਪਣਾ ਆਪਣਾ ਪ੍ਰੋਸੀਜਰ ਅਲੱਗ ਹੈ, ਬਟ ਇੱਥੇ ਇੱਕ ਖਾਸ ਚੀਜ਼ ਹੈ। ਕੈਨੇਡਾ ਦੇ ਵਿੱਚ ਜਦੋਂ ਆਪਾਂ ਪ੍ਰੋਸੈਸ ਕਰਦੇ ਹਾਂ, ਪਹਿਲਾਂ ਫੀਸ ਜਾਂਦੀ ਹੈ, GIC ਜਾਂਦੀ ਹੈ, ਫਿਰ ਇਸ ਤੋਂ ਬਾਅਦ LOA ਆਉਂਦਾ, ਉਸ ਤੋਂ ਬਾਅਦ ਤੁਹਾਡੇ ਫੰਡ ਔਰ ਇਨਕਮ ਦੇ ਡਾਕੂਮੈਂਟ ਲੱਗਦੇ ਨੇ, ਮਤਲਬ ਮਹੀਨਾ ਡੇਢ ਮਹੀਨਾ ਅੱਗੇ ਦੀ ਸਟੋਰੀ ਹੁੰਦੀ ਹੈ। UK ਦੇ ਵਿੱਚ ਤੁਹਾਡੇ ਇਨਕਮ ਦੇ ਡਾਕੂਮੈਂਟ ਕੋਈ ਲੱਗਦੇ ਨਹੀਂ ਔਰ ਸਿੱਧਾ ਫੰਡ 28 ਦਿਨ ਪੁਰਾਣੇ ਕਰਨੇ ਹੁੰਦੇ ਆ, ਆਫਰ ਲੈਟਰ ਆਉਣ ਤੋਂ ਬਾਅਦ ਪ੍ਰੋਸੈਸ ਸ਼ੁਰੂ ਹੁੰਦਾ ਹੈ। UK ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਇਹ ਜਿਹੜੀ ਚੀਜ਼ ਹੈ ਇਹਦੇ 'ਚ ਫਰਕ ਹੈ। ਆਸਟ੍ਰੇਲੀਆ 'ਚ ਜਦੋਂ ਤੁਹਾਡਾ ਕੇਸ ਰੈਡੀ ਹੋਣਾ ਆ, ਉਦੋਂ ਹੀ ਉਹਦੇ ਨਾਲ ਇਨਕਮ ਔਰ ਫੰਡ ਦੇ ਡਾਕੂਮੈਂਟ ਜਾਣੇ ਆ। ਸੋ ਵੈਰੀ ਪਹਿਲੀ ਸਟੇਜ 'ਤੇ ਇਹ ਚੀਜ਼ਾਂ ਦੀ ਰਿਕੁਆਇਰਮੈਂਟ ਹੁੰਦੀ ਹੈ। ਨੋਰਮਲੀ ਜਦੋਂ ਕਲਾਇੰਟ ਸਾਡੇ ਕੋਲ ਆਉਂਦਾ ਆ ਤੇ ਉਹ ਆਪਣੇ ਇਕੱਲੇ ਅਕੈਡਮਿਕ ਦੇ ਬੇਸ 'ਤੇ ਆਉਂਦਾ ਹੈ। ਕਈਆਂ ਕੋਲ ਇਨਕਮ ਵੀ ਰੈਡੀ ਨਹੀਂ ਹੁੰਦੀ, ਕਈਆਂ ਕੋਲ ਫੰਡ ਵੀ ਰੈਡੀ ਨਹੀਂ ਹੁੰਦੇ। ਸੋ ਇਹ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਫੰਡ ਚਲੋ ਤੁਸੀਂ ਬਾਅਦ 'ਚ ਕਰਦੇ ਹੋ, ਉਹ ਅੱਗੇ ਪਿੱਛੇ ਚੱਲ ਜਾਂਦੀ ਉਹ ਚੀਜ਼, ਲੇਕਿਨ ਇਨਕਮ ਲਈ ਮੈਂ ਜ਼ਰੂਰ ਤੁਹਾਨੂੰ ਕੁਝ ਚੀਜ਼ ਅਵੇਅਰ ਕਰਨਾ ਚਾਹੂੰਗਾ ਕਿ ਇੱਥੇ ਇੱਕ GT ਪਾਲਿਸੀ ਆ ਜਿਹਨੂੰ ਕਲੀਅਰ ਕਰਨਾ ਪੈਂਦਾ, ਜਿਹਦੇ ਲਈ ਇਹ ਸਾਰੇ ਡਾਕੂਮੈਂਟ ਪਹਿਲਾਂ ਭੇਜਣੇ ਪੈਂਦੇ, ਇਹਨਾਂ ਦੀ ਅਸੈਸਮੈਂਟ ਹੁੰਦੀ ਹੈ, ਵੈਰੀਫਿਕੇਸ਼ਨ ਹੁੰਦੀ ਹੈ। ਉਸ ਤੋਂ ਬਾਅਦ ਆਸਟ੍ਰੇਲੀਆ ਦਾ ਕੇਸ ਦਾ ਆਫਰ ਲੈਟਰ ਵੀ ਕਈਆਂ ਦਾ ਬਾਅਦ 'ਚ ਆਉਂਦਾ ਜਾਂ ਫਿਰ ਕਈਆਂ ਦੀ ਫੀਸ ਬਾਅਦ 'ਚ ਟ੍ਰਾਂਸਫਰ ਹੁੰਦੀ ਹੈ। ਪਹਿਲਾਂ ਇਹ ਚੀਜ਼ਾਂ ਵੈਰੀਫਾਈ ਹੁੰਦੀਆਂ ਨੇ, ਪਹਿਲਾਂ ਫੀਸ ਨਹੀਂ ਜਾਂਦੀ ਇੱਥੇ ਦੂਜੀਆਂ ਕੰਟਰੀਆਂ ਵਾਂਗੂ। ਸੋ ਉਹ ਚੀਜ਼ਾਂ ਦੇ ਲਈ ਇਟਸ ਵੈਰੀ ਇੰਪੋਰਟੈਂਟ। ਸਭ ਤੋਂ ਪਹਿਲੀ ਚੀਜ਼ ਹੈ ਤੁਹਾਡੀ ਇਨਕਮ, ਜਿਹਦੇ ਤੇ ਸਭ ਤੋਂ ਜ਼ਿਆਦਾ ਟਾਈਮ ਕੰਜ਼ਿਊਮ ਹੋ ਜਾਂਦਾ ਹੈ। ਫੰਡ ਤਾਂ ਚਲੋ ਤੁਸੀਂ ਕਰ ਲਏ ਜਾਂ ਕਰਾ ਲਏ, ਉਹ ਕੁਝ ਵੀ ਹੱਲ ਹੋ ਜਾਂਦਾ ਹੈ। ਇਨਕਮ ਤੁਹਾਡੀ ਦਿਖਾਉਣੀ ਪੈਂਦੀ ਹੈ। ਸੋ ਇਨਕਮ ਲਈ ਸਭ ਤੋਂ ਜ਼ਰੂਰੀ ਹੈ ਜਿਹੜਾ ਬੈਸਟ ਡਾਕੂਮੈਂਟ ਆ ਉਹ ਇਨਕਮ ਟੈਕਸ ਰਿਟਰਨ, ITR। ਔਰ ITR 'ਚ ਤੁਸੀਂ ਇਸੇ ਚੱਕਰ 'ਚ ਕਈ ਵਾਰੀ ਬਹੁਤ ਸਾਰਾ ਪੈਸਾ ਏਜੰਟ ਨੂੰ ਦਿੰਦੇ ਹੋ, ਆਪਣਾ ਬਹੁਤ ਟਾਈਮ ਤੇ ਪੈਸਾ ਦੋਨੋਂ ਖਰਾਬ ਕਰਦੇ ਹੋ। ਇਹ ਲੋੜ ਨਹੀਂ। ਅਗਰ ਤੁਸੀਂ ਆਸਟ੍ਰੇਲੀਆ ਅਪਲਾਈ ਕਰ ਰਹੇ ਹੋ, +2 ਤੋਂ ਬਾਅਦ ਕਰ ਰਹੇ ਹੋ, ਗ੍ਰੈਜੂਏਸ਼ਨ ਤੋਂ ਬਾਅਦ ਕਰ ਰਹੇ ਹੋ, ਤੁਹਾਡੇ ਕੋਲ ਪਰਿਵਾਰਕ ਇਨਕਮ 8 ਤੋਂ 10 ਲੱਖ ਦੀ ਹੋਣੀ ਚਾਹੀਦੀ ਹੈ। ਉਹ 8 ਤੋਂ 10 ਲੱਖ ਦੀ ਇਨਕਮ ਫ੍ਰੀ ਆਫ ਕਾਸਟ ਬਣ ਜਾਂਦੀ ਹੈ। ਉਹਦੇ ਲਈ ਤੁਹਾਡੇ ਕੋਲ ਆਪਣੇ ਪੈਨ ਕਾਰਡ ਹੋਣੇ ਚਾਹੀਦੇ, ਕਿਸੇ ਵੀ 2 ਫੈਮਿਲੀ ਮੈਂਬਰ ਦੇ। ਉਹਦੇ 'ਚ ਬੈਸਟ ਹੈ ਤੁਸੀਂ ਆਪਣੇ ਫਾਦਰ ਔਰ ਮਦਰ ਨੂੰ ਲੈ ਸਕਦੇ ਆ, ਜਾਂ ਤੁਸੀਂ ਵੱਡੇ ਭਰਾ ਭੈਣ ਨੂੰ ਕਿਸੇ ਨੂੰ ਵੀ ਨਾਲ ਲੈ ਸਕਦੇ ਆ ਅਗਰ ਕਿਸੇ ਦੇ ਸਿੰਗਲ ਪੇਰੈਂਟ ਹੈ। ਤੋਂ ਕਲੈਕਟਿਵਲੀ ਅਕੋਰਡਿੰਗ ਟੂ ਇੰਡੀਅਨ ਲਾਅ 5 ਲੱਖ ਤੱਕ ਦੀ ਅਗਰ ਤੁਸੀਂ ਰਿਟਰਨ ਫਾਈਲ ਕਰਦੇ ਆ ਤੁਹਾਨੂੰ ਟੈਕਸ ਨਹੀਂ ਲੱਗਦਾ। ਸੋ 0 ਟੈਕਸ ਦੇ ਅੰਦਰ ਤੁਸੀਂ 2 ਜਣਿਆਂ ਦੀ ਰਿਟਰਨ ਫਾਈਲ ਕਰੋਗੇ ਤੇ 10 ਲੱਖ ਦੀ ਫੈਮਿਲੀ ਇਨਕਮ ਕ੍ਰੀਏਟ ਹੋ ਜਾਏਗੀ। ਕਿੰਨੀ ਪੁਰਾਣੀ ਚਾਹੀਦੀ ਹੁੰਦੀ ਹੈ ਜੀ ਰਿਟਰਨ? ਫੈਮਿਲੀ ਇਨਕਮ ਹੈ 1 ਸਾਲ ਦੀ ਰਿਟਰਨ। 1 ਸਾਲ ਦੀ ਰਿਟਰਨ ਚਾਹੀਦੀ? ਹਾਂ, ਮੋਸਟਲੀ ਯੂਨੀਵਰਸਿਟੀਜ਼ 1 ਸਾਲ ਦੀਆਂ ਰਿਟਰਨ ਲੈ ਲੈਂਦੀਆਂ। ਸੋ 1 ਸਾਲ ਦੀ ਤੁਸੀਂ ਰਿਟਰਨ ਫਾਈਲ ਕਰਤੀ, ਦੈਟਸ ਇਟ। ਉਹ ਜੇ ਤੁਸੀਂ ਬਿਲਕੁਲ ਜਦੋਂ ਸਾਡੇ ਕੋਲ ਕੇਸ ਲੈ ਕੇ ਆਉਂਦੇ ਹੋ ਉਸ ਤੋਂ ਬਾਅਦ ਤੁਸੀਂ ਕਰਦੇ ਹੋ, ਕਈਆਂ ਦਾ ਪੈਨ ਕਾਰਡ ਨਹੀਂ ਬਣਿਆ ਹੁੰਦਾ, 10-15 ਦਿਨ ਪੈਨ ਕਾਰਡ ਹੋਣ ਤੇ ਲੱਗਦੇ ਆ, ਫਿਰ ਹੋਰ 5 ਦਿਨ ਰਿਟਰਨ ਫਾਈਲ ਹੋਣ ਤੇ ਲੱਗਦੇ, ਤੇ 15-20 ਦਿਨ ਦਾ ਪ੍ਰੋਸੈਸ ਉੱਥੇ ਰਹਿ ਜਾਂਦਾ। ਸੋ ਇਹ ਜਿਹੜਾ ਸਾਰੀਆਂ ਚੀਜ਼ਾਂ ਨੇ ਉਹ ਲੇਟ ਹੋ ਜਾਂਦੀਆਂ ਨੇ ਬੇਸਿਕ ਚੀਜ਼ਾਂ ਦੇ ਵਿੱਚ। ਸੋ ਆਹ ਚੀਜ਼ਾਂ ਦੇ ਵਰਕਆਊਟ ਕਰਨਾ ਜ਼ਰੂਰ ਸ਼ੁਰੂ ਕਰੋ ਜੇ ਤੁਸੀਂ ਆਸਟ੍ਰੇਲੀਆ ਕਰਨਾ ਚਾਹੁੰਦੇ ਹੋ। ਜੇ ਤੁਸੀਂ ਫਾਰਮਿੰਗ ਬੈਕਗਰਾਊਂਡ ਤੋਂ ਹੋ, ਤਹਿਸੀਲਦਾਰ ਸਰਟੀਫਿਕੇਟ ਅਸੈਪਟ ਹੋ ਜਾਂਦੇ ਆ। ਜੇ ਤੁਸੀਂ ਗਵਰਨਮੈਂਟ ਜੌਬ ਕਰਦੇ ਹੋ ਤਾਂ ਫਾਰਮ 16 ਹੁੰਦਾ, ਉਹ ਵੀ ਅਸੈਪਟ ਹੋ ਸਕਦਾ, ਉਹਨਾਂ ਦੀ ਵੀ ਵੈਲਿਊ ਹੈਗੀ ਹੈ। ਬਟ ਜਿਹੜੇ ਤਹਿਸੀਲਦਾਰ ਸਰਟੀਫਿਕੇਟ ਵੀ ਤੁਸੀਂ ਬਣਾ ਸਕਦੇ ਹੋ, ਬਸ ਉਹਦੇ ਨਾਲ ਜੇ ਤੁਸੀਂ ਰਿਟਰਨ ਫਾਈਲ ਕਰ ਲਓ ਤਾਂ ਉਹ ਜ਼ਿਆਦਾ ਵਧੀਆ ਡਾਕੂਮੈਂਟ ਹੈ, ਕਿਉਂਕਿ ਉਹ ਕ੍ਰਾਸ ਵੈਰੀਫਾਈਬਲ ਹੈ, ਉਹ ਵੈਰੀਫਾਈ ਹੋ ਸਕਦਾ। ਫਾਰਮ 16 ਵੀ ਵੈਰੀਫਾਈ ਹੋ ਸਕਦਾ, ਤਹਿਸੀਲਦਾਰ ਸਰਟੀਫਿਕੇਟ ਵੈਰੀਫਾਈ ਨਹੀਂ ਹੁੰਦੇ ਆ। ਸੋ ਦੈਟ ਇਜ਼ ਅ ਰੀਜ਼ਨ। ਜਿੰਨਾ ਵੀ ਔਨਲਾਈਨ ਵਾਲਾ ਚੀਜ਼ ਹੋਊਗੀ ਉਨੀ ਜ਼ਿਆਦਾ ਵਧੀਆ ਹੋਊਗੀ। ਸੋ ਆਹ ਸ਼ੋਅ ਦੇ ਜ਼ਰੀਏ ਬੇਸਿਕ ਨੌਲੇਜ ਤੁਹਾਨੂੰ ਦੇਣ ਦਾ ਮਕਸਦ ਇਹੀ ਸੀ, ਕਿਉਂਕਿ ਐਸੇ ਚੱਕਰ 'ਚ ਬਾਅਦ 'ਚ ਤੁਸੀਂ ਏਜੰਟ ਨੂੰ ਵੀ 50-50 ਹਜ਼ਾਰ ਦੇ ਦਿੰਦੇ ਆ, ਔਰ ਉਹ ਕਰਦਾ ਕੀ ਆ? ਕੁਛ ਨਹੀਂ ਕਰਦਾ। ਉਹ ਸਿਰਫ 2000 ਰੁਪਏ 'ਚ ਤੁਹਾਡੀਆਂ ਰਿਟਰਨਾਂ ਫਾਈਲ ਕਰਾਉਂਦਾ। ਸੋ ਉਹ ਜਿਹੜਾ ਪੈਸਾ ਹੈ, ਉਹ ਰਕਮ ਹੈ ਜਿਹੜੀ ਤੁਸੀਂ ਆਪਣੀ ਮਿਹਨਤ ਦੀ ਕਮਾਈ ਹੁੰਦੀ ਹੈ, ਆਪਣੇ ਬੱਚਿਆਂ ਤੋਂ ਲਾਉਂਦੇ ਹੋ, ਉਹ ਖਰਾਬ ਨਾ ਹੋਵੇ, ਉਹ ਵੇਸਟ ਨਾ ਹੋਵੇ। ਉਹ ਨੌਲੇਜ ਦੇਣ ਲਈ ਹੀ ਤੁਹਾਨੂੰ ਇਹ ਚੈਨਲ ਔਰ ਇਸ ਦੇ ਜ਼ਰੀਏ ਇਹ ਕੰਟੈਂਟ ਜਿਹੜਾ ਦਿੱਤਾ ਜਾ ਰਿਹਾ। ਸੋ ਜਿੰਨਾ ਇਹਨੂੰ ਸਬਸਕ੍ਰਾਈਬ ਕਰੋਗੇ, ਫੋਲੋ ਕਰੋਗੇ, ਤੁਹਾਨੂੰ ਅੱਗੇ ਵੀ ਨਵੀਂ ਇਨਫੋਰਮੇਸ਼ਨ ਦਿੰਦੇ ਰਹਾਂਗੇ। ਸੋ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਤੁਹਾਡੇ ਪੈਸੇ ਬਚਣ, ਇੱਦਾਂ ਦੇ ਟਿਪਸ ਦਈਏ, ਤੁਹਾਡੇ ਵੀਜ਼ਾ ਦਾ ਸਕਸੈਸ ਰੇਟ ਵਧੇ ਤੇ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਗਲਤ ਫਹਿਮੀਆਂ ਤੋਂ ਬਚਾਇਆ ਜਾ ਸਕੇ। ਇਹ ਇਨਫੋਰਮੇਸ਼ਨ ਅਸੀਂ ਤੁਹਾਡੇ ਤੱਕ ਲੈ ਕੇ ਪਹੁੰਚਦੇ ਰਹਿੰਦੇ ਹਾਂ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ। ਧੰਨਵਾਦ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ
ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।